ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਾਹਗਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ। ਅੰਤਰ ਜੋਤ ਪ੍ਰਗਾਸੀਆ, ਏਕਸ ਸਿਉ ਲਿਵ ਲਾਏ। ਮਿਲ ਸਾਧੂ ਮੁਖ ਉਜਲਾ, ਪੁਰਬ ਲਿਖਿਆ ਪਾਏ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ। ਰਹਾਉ ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ। ਅੰਤਰਜਾਮੀ ਸਦਾ ਸੰਗ, ਕਰਨੈ ਹਾਰ ਪਛਾਣ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ। ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਪਾਇਆ ਲਾਹਾ ਲਾਭ ਨਾਮ, ਪੂਰਨ ਹੋਵੇ ਕਾਮ। ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਆਵਣ ਜਾਣਾ ਰਹਿ ਗਿਆ, ਆਪ ਹੁਆ ਮਿਹਰਵਾਨ। ਸੱਚ ਮਹਲ ਘਰ ਪਾਇਆ, ਗੁਰ ਕਾ ਸ਼ਬਦ ਪਛਾਣ। ਭਗਤ ਜਨਾਂ ਕੋ ਰਾਖਦਾ, ਆਪਣੀ ਕਿਰਪਾ ਧਾਰ। ਹਾਲਤ ਪਾਲਤ ਮੁਖ ਉਜਲੇ, ਸਾਚੇ ਕੇ ਗੁਣ ਸਾਰ। ਆਠ ਪਹਰ ਗੁਣ ਸਾਰ ਦੇ, ਰਤੇ ਰੰਗ ਅਪਾਰ। ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ
ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟਾਨ ਕੋਟਾਨ ਕਿਰਪਾ ਤੇ ਅਸੀਸ ਦੇ ਨਾਲ ਤੇ ਆਪ ਸਮੂਹ ਗਲੋਬਲ ਗੁਰਬਾਣੀ ਵਿਚਾਰ ਦੇ ਸਮੁੱਚੇ ਪਰਿਵਾਰਿਕ ਮੈਂਬਰਾਂ ਦੀ ਰਹਿਮਤਾਂ ਤੇ ਅਸੀਸਾਂ ਦੇ ਨਾਲ ਜੋ ਰੋਜ਼ਾਨਾ ਹੀ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਤੇ ਗਲੋਬਲ ਗੁਰਬਾਣੀ ਵਿਚਾਰ ਵਟਸਐਪ ਗਰੁੱਪ ਦੇ ਰਾਹੀਂ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਪ੍ਰਾਰੰਭ ਕੀਤੀ ਗਈ ਹੈ ਫੇਸਬੁੱਕ ਦੇ ਉੱਪਰ, ਜਿਸ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ ਵਿੱਚੋਂ 80 ਨੰਬਰ ਸ਼ਬਦ ਤੱਕ 80 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਹਾਂ, ਜਿਹਦੇ ਵਿੱਚੋਂ ਸਾਹਿਬ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਏ ਪਾਵਨ ਸ਼ਬਦ, ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਪਾਵਨ ਮਹਾਵਾਕ, ਸਾਹਿਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਅਸੀਂ ਪਾਵਨ ਸ਼ਬਦ ਸਰਵਣ ਕੀਤੇ ਨੇ। ਇਵੇਂ ਹੀ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਸ਼੍ਰੀ ਰਾਗ ਦੇ ਵਿੱਚ ਅੰਕਿਤ ਪਾਵਨ ਸ਼ਬਦਾਂ ਦੀ ਵਿਚਾਰ ਨਿਰੰਤਰ ਚੱਲ ਰਹੀ ਹੈ, ਜਿਹਦੇ ਵਿੱਚ ਅੱਜ ਦਾ ਸ਼ਬਦ ਜੋ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਉਹ 11ਵਾਂ ਨੰਬਰ ਸ਼ਬਦ ਹੈ, ਸ਼੍ਰੀ ਰਾਗ ਦਾ 81 ਨੰਬਰ ਸ਼ਬਦ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 46 ਦੇ ਉੱਪਰ ਸੁਭਾਇਮਾਨ ਹੈ। ਸ਼ਬਦ ਦੇ ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਆਓ ਅੱਜ ਦੀ ਪਾਵਨ ਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ, ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੇ ਪਾਵਨ ਬਚਨਾਂ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਨੇ, ਗੁਰਮਤਿ ਦੇ ਗਾਡੀ ਰਾਹ ਦੇ ਉੱਤੇ ਸਾਨੂੰ ਕਿਵੇਂ ਤੋਰ ਰਹੇ ਨੇ ਤੇ ਕਿਵੇਂ ਸਾਡੇ ਉੱਪਰ ਰਹਿਮਤਾਂ ਤੇ ਬਖਸ਼ਿਸ਼ਾਂ ਦੀ ਕਿਰਪਾ ਕਰਕੇ ਸਾਡੇ ਮਨ ਨੂੰ ਗੁਰਮਤਿ ਦੇ ਖਿਆਲਾਂ ਦੇ ਵਿੱਚ, ਗੁਰਮਤਿ ਦੇ ਪਿਆਰ ਦੇ ਵਿੱਚ ਰੱਖ ਕੇ ਇੱਕ ਅਕਾਲ ਪੁਰਖ ਦੀ ਭਗਤੀ, ਇੱਕ ਅਕਾਲ ਪੁਰਖ ਦੀ ਬੰਦਗੀ ਦੇ ਨਾਲ ਜੋੜ ਰਹੇ ਹਨ। ਅੱਜ ਦੇ ਪਾਵਨ ਸ਼ਬਦ ਦੇ ਜੋ ਰਹਾਉ ਦਾ ਬੰਦ ਆ, ਸਾਹਿਬ ਜੀ ਕਿਰਪਾ ਕਰ ਰਹੇ ਨੇ, ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਰ-ਬਾਰ ਤੁਹਾਨੂੰ ਇੱਕ ਗੱਲ ਜਿਹੜੀ ਹੈ ਉੱਭਰ ਕੇ ਸਾਹਮਣੇ ਆਉਂਦੀ ਹੈ। ਸਤਿਗੁਰੂ ਦਾ ਮੁੱਖ ਨਿਸ਼ਾਨਾ ਇੱਕ ਇਨਸਾਨ ਨੂੰ ਇੱਕ ਚੰਗਾ ਇਨਸਾਨੀ ਜੀਵਨ ਦੇਣਾ ਹੈ। ਸਭ ਤੋਂ ਪਹਿਲਾਂ ਇਸ ਮਨੁੱਖ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਤੂੰ ਰੱਬ ਦਾ ਬੱਚਾ ਹੈ, ਇੱਕ ਚੰਗਾ ਹਿਊਮਨ ਬੀਇੰਗ ਬਣ, ਭਾਵ ਇੱਕ ਚੰਗੇ ਹਿਊਮਨ ਨੇਚਰ ਨੂੰ ਡਿਵੈਲਪ ਕਰ। ਜੇ ਤੇਰੇ ਅੰਦਰ ਜਾਨਵਰਾਂ ਵਰਗੇ ਹੀ ਖਿਆਲ ਰਹਿਣਗੇ, ਤੂੰ ਜਾਨਵਰਾਂ ਵਾਂਗੂ ਹੀ ਜੀਵਨ ਜੀਵੇਂਗਾ, ਫਿਰ ਮਨੁੱਖਾ ਸਰੀਰ ਲੈਣ ਦਾ ਕੀ ਫਾਇਦਾ। ਮਨੁੱਖਾ ਸਰੀਰ ਤਮਾਮ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਮਨੁੱਖ ਹੈ, ਸਭ ਤੋਂ ਸ੍ਰੇਸ਼ਟ ਸਰੀਰ ਹੈ, ਜਿਹਦੇ ਵਿੱਚ ਮਨੁੱਖ ਨੂੰ ਰਸ ਦਿੱਤੇ ਨੇ। ਮਨੁੱਖ ਅੱਖਾਂ ਤੋਂ ਵੇਖ ਸਕਦਾ ਹੈ, ਕੰਨਾਂ ਤੋਂ ਬੋਲ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਪੌੜੀ ਆਪਣੀਆਂ ਵਾਰਾਂ ਦੇ ਵਿੱਚ ਅੰਕਿਤ ਕੀਤੀ ਹੈ। ਕਹਿੰਦੇ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣ, ਮੁਖ ਸ਼ੁਭ ਬੋਲਣ ਬਚਨ ਸੁਨੇਹੀ, ਹੱਥੀਂ ਕਾਰ ਕਮਾਵਣੀ, ਪੈਰੀਂ ਚੱਲ ਸਤ ਸੰਗ ਮਲੇਹੀ। ਕਹਿੰਦੇ ਦਿੱਤਾ ਤੇ ਮਨੁੱਖ ਨੂੰ ਸਰੀਰ ਇਸ ਕਰਕੇ ਸੀ ਕਿ ਇਹ ਕੰਨਾਂ ਤੋਂ ਚੰਗਾ ਸੁਣਦਾ, ਜੀਭਾ ਤੋਂ ਚੰਗਾ ਬੋਲਦਾ, ਅੱਖਾਂ ਤੋਂ ਚੰਗਾ ਵੇਖਦਾ। ਪਰ ਸਤਿਗੁਰੂ ਕਹਿੰਦੇ ਹੋਇਆ ਕਿ ਇਹ ਇਹਨਾਂ ਨੇਤਰਾਂ ਤੋਂ ਤੇ ਸਦਾ ਮਾੜਾ ਵੇਖਦਾ ਹੈ, ਮੈਲਾ ਚਿਤਵਦਾ ਹੈ, ਕੰਨਾਂ ਤੋਂ ਮਾੜਾ ਸੁਣ ਰਿਹਾ ਤੇ ਜੀਭਾ ਤੋਂ ਗੰਦਗੀ ਭਰੇ ਬੋਲ ਬੋਲ ਰਿਹਾ। ਹੱਥ ਦਿੱਤੇ ਸਨ ਸੁਕਿਰਤ ਕਰਨ ਵਾਸਤੇ ਕਿ ਇਮਾਨਦਾਰੀ ਦੀ ਕਿਰਤ ਕਮਾਈ ਕਰਕੇ ਇਹ ਆਪਣੇ ਜੀਵਨ ਦਾ ਨਿਰਵਾਹ ਕਰੇ, ਜਿੱਥੇ ਆਪਣਾ ਜੀਵਨ ਚਲਾਵੇ ਉੱਥੇ ਲੋੜਵੰਦਾਂ ਦੀ ਮਦਦ ਵੀ ਕਰੇ।
ਪਰ ਹੋ ਕੀ ਰਿਹਾ ਹੈ, ਇਹ ਹੱਥਾਂ ਦੇ ਨਾਲ ਬੇਈਮਾਨੀ ਤੇ ਉਤਰ ਆਇਆ, ਹੱਥਾਂ ਦੇ ਨਾਲ ਕੁਕਰਮਾਂ ਤੇ ਉਤਰ ਆਇਆ, ਹੱਥਾਂ ਦੇ ਨਾਲ ਜਿਹੜੀ ਇਹਦੀ ਕਿਰਤ ਆ ਉਹ ਠੱਗੀਆਂ ਦੀ, ਫਰੇਬੀਆਂ ਦੀ ਤੇ ਲਾਲਚ ਭਰਪੂਰ ਹੋ ਚੁੱਕੀ ਹੈ। ਪੈਰ ਮਿਲੇ ਸਨ ਕਿ ਇਹਨਾਂ ਪੈਰਾਂ ਤੋਂ ਚੱਲ ਕੇ ਗੁਰੂ ਸੰਗਤ ਦੇ ਰਸਤੇ ਤੇ ਚੱਲਦਾ, ਇਹਨਾਂ ਪੈਰਾਂ ਦੇ ਰਾਹੀਂ ਇਸ ਸਰੀਰ ਨੂੰ ਤੋੜ ਕੇ ਸੱਚ ਦੇ ਰਸਤੇ ਤੇ ਤੁਰਦਾ। ਪਰ ਸਭ ਕਹਿੰਦੇ ਇਹ ਪੈਰ ਸੱਚ ਦੇ ਰਸਤੇ ਤੇ ਤੁਰਨ ਦੀ ਬਜਾਏ ਝੂਠ ਦੇ ਰਸਤੇ ਵੱਲ ਜਾ ਤੁਰੇ ਨੇ। ਗੱਲ ਕੀ ਹੈ, ਮਨੁੱਖਤਾ ਦਾ ਸਰੀਰ ਆ ਪਰ ਕਰਮ ਜਾਨਵਰਾਂ ਵਾਲੇ ਨੇ। ਤੋ ਇਸੇ ਕਰਕੇ ਸਤਿਗੁਰੂ ਜੀ ਬਾਰ-ਬਾਰ ਇਸ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਹੇ ਮਨੁੱਖ, ਮੈਂ ਚਾਹੁੰਦਾ ਤੇਰਾ ਜੀਵਨ ਸੱਚ ਦੀ ਕਸਵੱਟੀ ਤੇ ਹੋਵੇ। ਸੋ ਇਹਦੇ ਵਾਸਤੇ ਜ਼ਰੂਰੀ ਹੈ ਕਿ ਇਹ ਗੁਰੂ ਸ਼ਬਦ ਨਾਲ ਜੁੜੇ। ਗੁਰੂ ਸ਼ਬਦ ਗੁਰੂ ਗਿਆਨ ਆ, ਜੋ ਸਾਨੂੰ ਨਿਤ ਸਿਲੇਬਸ ਹੈ, ਜੋ ਸਾਡੇ ਪਾਠ ਕਰਨ ਦਾ, ਸਾਡੇ ਜੀਵਨ ਦਾ ਲੈਸਨ ਆ। ਰੋਜ਼ਾਨਾ ਇੱਕ ਸ਼ਬਦ ਨੂੰ ਅਸੀਂ ਆਪਣੇ ਜੀਵਨ ਵਿੱਚ ਢਾਲੀਏ। ਅਸੀਂ ਆ ਹੁਕਮਨਾਮਾ ਸਾਹਿਬ ਦੇਖਦੇ ਹਾਂ ਨਾ, ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਉਤਸ਼ਾਹ ਤੇ ਬੜੇ ਪ੍ਰੇਮ ਦੇ ਨਾਲ ਬੋਰਡਾਂ 'ਤੇ ਲਿਖੇ ਹੋਏ ਜਾਂ ਟੀਵੀ ਦੇ ਵਿੱਚ ਫਲੈਸ਼ ਹੁੰਦੇ ਹੁਕਮਨਾਮਾ ਸਾਹਿਬ ਅਸੀਂ ਸਰਵਣ ਕਰਦੇ ਹਾਂ, ਦਰਸ਼ਨ ਕਰਦੇ ਹਾਂ। ਜਦ ਕਿ ਉਹ ਕੀ ਹੈ, ਰੋਜ਼ ਦਾ ਇੱਕ ਚੈਪਟਰ, ਰੋਜ਼ ਦਾ ਇੱਕ ਲੈਸਨ ਹੈ। ਸਤਿਗੁਰੂ ਜੀ ਵੱਲੋਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਿੱਤਾ ਹੋਇਆ ਇੱਕ ਲੈਸਨ ਹੈ, ਜਿਹਨੂੰ ਅਸੀਂ ਇੰਪਲੀਮੈਂਟ ਕਰਨਾ ਸੀ ਆਪਣੀ ਲਾਈਫ ਦੇ ਵਿੱਚ। ਪਰ ਅਸੀਂ ਬੋਰਡ ਦੇ ਉੱਤੇ ਬੜੇ ਸਤਿਕਾਰ ਦੇ ਨਾਲ ਜਾਂ ਟੀਵੀ ਦੇ ਉੱਤੇ ਫਲੈਸ਼ ਹੁੰਦੇ ਹੁਕਮਨਾਮਾ ਸਾਹਿਬ ਨੂੰ ਬੜੇ ਸਤਿਕਾਰ ਨਾਲ ਉੱਥੇ ਪੜ੍ਹਿਆ ਵੀ, ਮੱਥਾ ਵੀ ਟੇਕਿਆ, ਤੇ ਜਦੋਂ ਆਪਣੇ ਘਰ ਵੱਲ ਨੂੰ ਤੁਰੇ ਤੇ ਹੁਕਮਨਾਮਾ ਸਾਹਿਬ ਵੀ ਭੁੱਲ ਗਿਆ, ਉਹਦੇ ਵਿੱਚੋਂ ਜਿਹੜੇ ਸ਼ਬਦ ਸਨ ਉਹ ਵੀ ਭੁੱਲ ਗਏ। ਇਸੇ ਕਰਕੇ ਸਾਡੇ ਜੀਵਨ ਦੇ ਵਿੱਚ ਸਾਡੀ ਚਾਲ ਤੇ ਸਾਡੀ ਕਥਨੀ 'ਚ ਬੜਾ ਫਰਕ ਆ ਗਿਆ। ਸਾਡੀ ਜਿਹੜੀ ਹੈ ਕਰਨੀ ਹੋਰ ਹੈ, ਕਥਨੀ ਹੋਰ ਹੈ। ਸਾਡੇ ਕਹਿਣ ਦੇ ਵਿੱਚ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ ਤੇ ਜੀਵਨ ਵਿੱਚ ਅਸੀਂ ਕੁਝ ਹੋਰ ਕਮਾਉਂਦੇ ਹਾਂ। ਇਹਨੂੰ ਸਤਿਗੁਰੂ ਪਾਤਸ਼ਾਹ ਜੀ ਦੋਗਲਾ ਜੀਵਨ ਕਹਿੰਦੇ ਨੇ। ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਮਨ ਵਿੱਚ ਕੁਝ ਹੋਰ ਚੱਲ ਰਿਹਾ ਹੈ ਤੇ ਮੁਖ ਤੋਂ ਕੁਝ ਹੋਰ ਕਰ ਰਿਹਾ ਹੈ। ਸਤਿਗੁਰੂ ਕਹਿੰਦੇ ਐਸੇ ਕੱਚੇ ਜੀਵਨ ਵਾਲੇ ਮਨੁੱਖ ਮੈਨੂੰ ਤੇ ਬਿਲਕੁਲ ਪ੍ਰਵਾਨ ਨਹੀਂ। ਸੱਚ ਦੇ ਰਾਹ ਤੇ ਤੁਰਨ ਵਾਲੇ, ਸਤਿਗੁਰੂ ਦੀ ਮੱਤ ਨੂੰ ਲੈਣ ਵਾਲੇ, ਜਿਹੜੇ ਗੁਰੂ ਜੀ ਦੇ ਹੁਕਮ ਤੇ ਤੁਰ ਪੈਂਦੇ ਨੇ, ਉਹਨਾਂ ਦੇ ਜੀਵਨ ਵਿੱਚ ਆਤਮਿਕ ਸੁੱਖ ਤੇ ਚੜ੍ਹਦੀ ਕਲਾ ਬਣਨ ਲੱਗ ਪੈਂਦੀ ਹੈ। ਸੋ ਰਹਾਉ ਦੀਆਂ ਪੰਕਤੀਆਂ ਨੇ ਅੱਜ ਦੀਆਂ ਪਾਵਨ ਸ਼ਬਦ ਦੀਆਂ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਹੇ ਮੇਰੇ ਪਿਆਰੇ ਮਨ, ਗੁਰੂ ਜੀ ਦੇ ਸ਼ਬਦ ਦੇ ਵਿੱਚ ਜੁੜਿਆ ਹੀ, ਗੁਰੂ ਜੀ ਦੇ ਪਾਵਨ ਹੁਕਮਾਂ ਨੂੰ ਜੀਵਨ ਵਿੱਚ ਢਾਲਿਆ ਹੀ ਕੀ ਮਿਲਦਾ ਹੈ? ਸੁਖ ਹੋਏ, ਆਤਮਿਕ ਆਨੰਦ, ਆਤਮਾ ਦਾ ਸੁੱਖ। ਸਰੀਰੀ ਸੁੱਖਾਂ ਦੀ ਗੱਲ ਨਹੀਂ ਗੁਰਬਾਣੀ ਕਰ ਰਹੀ, ਚੇਤਾ ਰੱਖਿਓ। ਸਰੀਰ ਦੇ ਸੁੱਖ ਜਿਹੜੇ ਨੇ ਉਹ ਅਕਸਰ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ, ਜਿਹਨੂੰ ਆਪਾਂ ਕੰਫਰਟ ਜ਼ੋਨ ਕਹਿੰਦੇ ਆ। ਇੱਕ ਮਨੁੱਖ ਏਸੀ ਵਿੱਚ ਰਹਿ ਰਿਹਾ ਹੈ, ਕਹਿੰਦਾ ਹੋਊਗਾ ਮੈਂ ਸਰੀਰਕ ਤੌਰ ਤੇ ਬੜਾ ਸੁਖੀ ਹਾਂ। ਆਲੀਸ਼ਾਨ ਮਹਿਲ ਮਾੜੀਆਂ ਬੰਗਲਿਆਂ 'ਚ ਰਹਿ ਰਿਹਾ ਹੈ, ਸਰੀਰਕ ਤੌਰ ਤੇ ਉਹ ਵੀ ਬੜਾ ਸੁਖੀ ਹੈ। ਵੰਨ ਸੁਵੰਨੇ 36 ਪ੍ਰਕਾਰ ਦੇ ਭੋਜਨ ਖਾਣ ਲਈ ਨੇ, ਕਹਿੰਦਾ ਹੋਊਗਾ ਮੈਂ ਸੁਖੀ ਹਾਂ। ਪਰ ਅਗਲੇ ਪੜਾਵ ਦੁੱਖ ਦੇ ਨੇ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿੰਨਾ ਸਵਾਦ ਸਲੂਣੇ ਪਦਾਰਥਾਂ ਨੂੰ ਖਾਂਦਾ ਰਿਹਾ, ਜ਼ਹਿਰ ਬਣ ਕੇ ਜੀਵਨ ਦੇ ਵਿੱਚ ਉਗਰ ਆਏ। ਕਿਉਂਕਿ ਆਤਮਾ ਦਾ ਸੁੱਖ ਨਹੀਂ ਸੀ, ਸਰੀਰ ਦਾ ਸੁੱਖ ਸੀ। ਸਾਨੂੰ ਅੱਜ ਤੱਕ ਅਸੀਂ ਇਹ ਡਿਫਰੈਂਸ਼ੀਏਟ ਹੀ ਨਹੀਂ ਕਰ ਪਾਏ ਕਿ ਕਿਹੜਾ ਸੁੱਖ ਅਸੀਂ ਗੁਰੂ ਕੋਲੋਂ ਮੰਗਣਾ ਹੈ ਤੇ ਕਿਹਦੇ ਕੋਲੋਂ ਦੂਰ ਰਹਿਣਾ ਹੈ। ਸਾਡੀ ਦੌੜ ਸੰਸਾਰੀ ਸੁੱਖ ਦੀ ਹੈ, ਵਧੀਆ ਗੱਡੀਆਂ ਦੀਆਂ, ਵਧੀਆ ਬੰਗਲਿਆਂ ਦੀਆਂ, ਵਧੀਆ ਸਾਡੇ ਕੋਲ ਰਹਿਣ ਸਹਿਣ ਹੋਵੇ, ਇਹਦੀ ਅਰਦਾਸ ਆ। ਅਸੀਂ ਆਮ ਕਰਕੇ ਗਿਣਤੀ ਇਹੀ ਕਰਦੇ ਹਾਂ, ਜਿਹਦੇ ਕੋਲ ਬਹੁਤ ਸੋਹਣਾ ਬੰਗਲਾ ਹੈ ਨਾ, ਜਿਹਦੇ ਘਰ ਦੇ ਬਾਹਰ 4-5 ਗੱਡੀਆਂ ਖਲੋਤੀਆਂ ਨੇ, ਸਾਡੀ ਗਿਣਤੀ ਵਿੱਚ ਹੁੰਦਾ ਹੈ। ਅਸੀਂ ਆਪਣੀ ਸ਼ਬਦਾਵਲੀ ਵਿੱਚ ਆਮ ਕਰਕੇ ਇਹ ਬਾਤ ਕਹਿੰਦੇ ਹਾਂ, ਫਲਾਨਾ ਬੜਾ ਸੁਖੀ ਹੈ, ਬੜਾ ਵੱਡਾ ਬੰਗਲਾ ਜੇ ਉਹਦਾ, $1 ਮਿਲੀਅਨ ਦਾ, ਬੜੀਆਂ ਗੱਡੀਆਂ ਖਲੋਤੀਆਂ ਨੇ ਉਹਦੇ ਘਰ। ਸਤਿਗੁਰੂ ਕਹਿੰਦੇ ਕਿਤੇ ਉਹਦੇ ਘਰ ਦੇ ਵਿੱਚ ਝਾਤੀ ਮਾਰ ਕੇ ਵੀ ਵੇਖ ਲਈ, ਜਿਹੜੇ ਬਾਹਰੋਂ ਤੈਨੂੰ ਬੜੇ ਸੁੱਖ ਸੁਖਾਂਦੀ ਨਜ਼ਰ ਆਉਣਗੇ ਨਾ, ਅੰਦਰ ਆਤਮਿਕ ਤੌਰ ਤੇ ਮਰੇ ਹੋਣਗੇ। ਉਹਨਾਂ ਦਾ ਜ਼ਮੀਰ ਮਰਿਆ ਹੋਵੇਗਾ, ਉਹ ਚਾਪਲੂਸ ਤੇ ਭਰੇ ਹੋਣਗੇ,
ਉਹਨਾਂ ਦੇ ਅੰਦਰ ਸੱਚ ਨਾਂ ਦੀ ਗੱਲ ਨਜ਼ਰ ਨਹੀਂ ਆਵੇਗੀ, ਕਿਉਂਕਿ ਉਹ ਆਤਮਿਕ ਤੌਰ ਤੇ ਮਰੇ ਹੋਏ ਨੇ, ਆਤਮਿਕ ਤੌਰ ਤੇ ਦੁਖੀ ਨੇ। ਬਾਹਰ ਦੇ ਪਦਾਰਥ ਮਨੁੱਖ ਨੂੰ ਸ਼ਾਇਦ ਇਹ ਨਜ਼ਰ ਆਉਣ ਕਿ ਮਨੁੱਖ ਸੁਖੀ ਹੈ, ਸਤਿਗੁਰੂ ਕਹਿੰਦੇ ਹਰਗਿਜ਼ ਨਹੀਂ। ਬਾਹਰ ਦੇ ਪਦਾਰਥ ਮਨੁੱਖ ਨੂੰ ਸੁਖੀ ਨਹੀਂ ਕਰ ਸਕਦੇ। ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸਤਿਗੁਰੂ ਜੀ ਦੀ ਬਾਣੀ ਮਨੁੱਖ ਨੂੰ ਆਤਮਿਕ ਤੌਰ ਤੇ ਸੁਖੀ ਕਰਦੀ ਹੈ। ਭਾਈ ਲਾਲੋ ਬੇਸ਼ੱਕ ਕਿੱਲੇ ਘੜਦਾ ਹੈ, ਟੁੱਟੀ ਕੁੱਲੀ ਵਿੱਚ ਰਹਿੰਦਾ ਹੈ, ਪਰ ਮਲਕ ਭਾਗੋ ਨਾਲੋਂ ਆਤਮਿਕ ਤੌਰ ਤੇ ਕਈ ਹਿੱਸੇ ਮਜ਼ਬੂਤ ਹੈ। ਮਲਕ ਭਾਗੋ 36 ਪ੍ਰਕਾਰ ਦੇ ਭੋਜਨਾਂ ਦੇ ਭੋਗ ਲਾਉਂਦਾ ਹੈ, ਬੜਾ ਮਹਿਲ ਬਹੁਤ ਵੱਡੀਆਂ ਮਾੜੀਆਂ 'ਚ ਰਹਿੰਦਾ ਹੈ, ਪਰ ਮਨ ਦਾ ਬੇਈਮਾਨ ਹੈ। ਸਾਹਿਬਾਂ ਨੂੰ ਕਹਿਣਾ ਪਿਆ, ਤੇਰੀਆਂ ਰੋਟੀਆਂ ਖੂਨ ਤੋਂ ਜ਼ਿਆਦੀਆਂ ਕੁਝ ਨਹੀਂ, ਤੇਰੇ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ ਖੂਨ ਤੋਂ ਜ਼ਿਆਦਾ ਕੁਝ ਨਹੀਂ। ਹੁਣ ਇਹ ਗੱਲ ਪਕੜਦੀ ਹੈ, ਸਮਝ ਆ ਜਾਵੇ ਕਿ ਸਾਡੀ ਜ਼ਿੰਦਗੀ ਬਾਹਰ ਦੇ ਸੁੱਖਾਂ ਤੇ ਖਲੋਤੀ ਹੈ ਕਿ ਆਤਮਿਕ ਸੁੱਖਾਂ ਤੇ। ਬਾਹਰ ਦੇ ਸੁੱਖ, ਔਰੰਗਜ਼ੇਬ ਵੀ ਬਹੁਤ ਸੁਖੀ ਹੈ, ਬਾਹਰੋਂ ਬਹੁਤ ਸੁਖੀ ਹੈ, ਪਰ ਆਤਮਿਕ ਤੌਰ ਤੇ ਮਰਿਆ ਹੋਇਆ ਹੈ। ਆਖਰੀ ਪੜਾਵ ਜਿਹੜੇ ਉਹਦੀ ਜ਼ਿੰਦਗੀ ਦੇ ਨੇ ਨਾ, ਉਹਦੇ ਆਤਮਿਕ ਤੌਰ ਦੇ ਉੱਤੇ ਇਤਨੀ ਜਮਹੂਰੀਅਤ ਦੇ ਤੌਰ ਤੇ ਮਰ ਚੁੱਕਿਆ ਸੀ। ਉਹਨੇ ਆਪਣੇ ਬਚਨਾਂ 'ਚ ਲਿਖਿਆ ਹੈ, ਮੈਂ ਸੋਚਦਾ ਰਿਹਾ ਕਿ ਸ਼ਾਇਦ ਬਾਹਰ ਦੇ ਸੋਕੀ ਜ਼ਿੰਦਗੀ ਦੀ ਬਾਦਸ਼ਾਹੀਆਂ ਦੇ ਪ੍ਰਤੀਕ ਨੇ, ਪਰ ਹੇ ਧੰਨ ਗੁਰੂ ਗੋਬਿੰਦ ਸਿੰਘ, ਤੇਰੀ ਆਤਮਾ ਦਾ ਸੁੱਖ, ਤੇਰੀ ਆਤਮਾ ਦੀ ਚੜ੍ਹਦੀ ਕਲਾ ਵੇਖ ਕੇ ਮੈਂ ਹੈਰਾਨ ਹਾਂ। ਅੱਜ ਮੇਰੇ ਕੋਲ ਬੇਸ਼ੱਕ ਮਹਿਲ ਮਾੜੀਆਂ ਨੇ, ਪਾਤਸ਼ਾਹੀਆਂ ਨੇ, ਪਰ ਤੇਰੇ ਕੋਲ ਜਦੋਂ ਮੈਂ ਤੇਰੀਆਂ ਪਾਤਸ਼ਾਹੀਆਂ ਨੂੰ ਵੇਖਦਾ, ਤੇਰੇ ਕੋਲ ਬੱਚੇ ਵੀ ਤੇਰੇ ਨਹੀਂ, ਪਿਤਾ ਵੀ ਨਹੀਂ, ਮਾਂ ਵੀ ਨਹੀਂ, ਮਹਿਲ ਮਾੜੀਆਂ ਰਾਜ ਭਾਗ ਵੀ ਨਹੀਂ, ਤਾਂ ਵੀ ਤੂੰ ਇਤਨਾ ਮਹਾਰਾਜਾਂ ਦਾ ਮਹਾਰਾਜਾ ਹੈ, ਇਤਨਾ ਸੁਖੀ ਹੈ। ਤੇਰੇ ਅੰਦਰ ਹਾਂ ਦਾ ਕਿਤੇ ਵੀ ਨਾਰਾ ਨਹੀਂ, ਕਿਤੇ ਵੀ ਪ੍ਰਮਾਤਮਾ ਨੂੰ ਗਿਲਾ ਨਹੀਂ, ਕਿਤੇ ਪ੍ਰਮਾਤਮਾ ਤੇ ਸ਼ਿਕਵਾ ਨਹੀਂ, ਤੂੰ ਮੇਰੇ ਨਾਲ ਇਹ ਕੀ ਕੀਤਾ ਹੈ। ਇਹੀ ਗੱਲ ਔਰੰਗਜ਼ੇਬ ਨੂੰ ਹਰਾ ਗਈ ਸੀ। ਔਰੰਗਜ਼ੇਬ ਜਿੱਤ ਕੇ ਵੀ ਹਾਰ ਗਿਆ ਸੀ। ਅਖੀਰਲੇ ਬਚਨਾਂ 'ਚ ਉਹਨੇ ਗੱਲ ਲਿਖੀ ਸੀ, ਮੈਨੂੰ ਹੱਕ ਨਹੀਂ ਕਿ ਮੇਰੀ ਲਾਸ਼ ਕਿਸੇ ਰੁੱਖ ਦੀ ਛਾਂ ਹੇਠ ਰਹਿ ਸਕੇ, ਕਿਉਂਕਿ ਮੈਂ ਅੱਜ ਤੱਕ ਲੋਕਾਂ ਦੇ ਸਿਰਾਂ ਉੱਤੋਂ ਛਾਂ ਖੋਈ ਹੈ। ਹੁਣ ਇਹ ਗੱਲ ਬੜੇ ਸਮਝਣ ਦੇ ਬਚਨ ਨੇ। ਸਾਡਾ ਜੀਵਨ ਬਾਹਰ ਦੇ ਸੁੱਖਾਂ ਤੇ ਖਲੋਤਾ ਹੈ। ਆਤਮਿਕ ਤੌਰ ਤੇ ਕਿਤੇ ਆਪਣੇ ਅੰਦਰ ਆਪਾਂ ਜਦੋਂ ਝਾਤੀ ਮਾਰ ਕੇ ਦੇਖਾਂਗੇ ਨਾ, ਮਨ ਤੋਂ ਬੜੇ ਦੁਖੀ ਹਾਂ, ਆਤਮਿਕ ਤੌਰ ਤੇ ਦੁਖੀ ਹੋਏ ਹਾਂ। ਤੋ ਸਾਹਿਬ ਕਹਿੰਦੇ ਗੁਰਬਾਣੀ ਕੀ ਕਰਦੀ ਹੈ, ਗੁਰੂ ਸ਼ਬਦ ਕੀ ਕਰਦਾ ਹੈ, ਆਤਮਿਕ ਤੌਰ ਤੇ ਸੁਖੀ ਕਰਦਾ ਹੈ, ਆਤਮਾ ਨੂੰ ਮਜ਼ਬੂਤ ਕਰਦਾ ਹੈ। ਮਨੁੱਖ ਦੇ ਫੈਸਲੇ ਆਤਮਾ ਤੋਂ ਹੁੰਦੇ ਨੇ। ਜਿਸ ਮਨੁੱਖ ਦੀ ਆਤਮਾ ਦੀ ਚੜ੍ਹਦੀ ਕਲਾ ਹੈ, ਜੋ ਆਤਮਿਕ ਤੌਰ ਤੇ ਮਜ਼ਬੂਤ ਹੈ, ਜੋ ਜ਼ਮੀਰ ਤੌਰ ਤੇ ਨਹੀਂ ਮਰਿਆ, ਆਤਮਿਕ ਤੌਰ ਤੇ ਨਹੀਂ ਮਰਿਆ, ਸਤਿਗੁਰੂ ਕਹਿੰਦੇ ਉਹੀ ਮਨੁੱਖ ਜਿਉਂਦੇ ਫੈਸਲੇ ਕਰ ਸਕਦਾ ਹੈ। ਜਿਸ ਮਨੁੱਖ ਦੀ ਆਤਮਾ ਮਰੀ ਹੋਈ ਹੈ, ਉਹ ਤੇ ਸਰੀਰ ਤੋਂ ਭਾਵੇਂ ਕਿੰਨਾ ਖੂਬਸੂਰਤ ਹੋਵੇ, ਕਿਸੇ ਕੰਮ ਦਾ ਨਹੀਂ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਹੇ ਮੇਰੇ ਮਨ, ਗੁਰੂ ਜੀ ਦੇ ਸ਼ਬਦ ਦੇ ਵਿੱਚ ਜੁੜਿਆ ਹੀ, ਗੁਰੂ ਦੀ ਮੱਤ ਲਿਆ ਹੀ, ਆਤਮਿਕ ਤੌਰ ਤੇ ਤੂੰ ਆਨੰਦਿਤ ਹੋ ਸਕਦਾ ਹੈ, ਸੁਖੀ ਹੋ ਸਕਦਾ ਹੈ। ਗੁਰਪੂਰੇ ਕੀ ਚਾਕਰੀ, ਬਿਰਥਾ ਜਾਏ ਨਾ ਕੋਏ ਰਹਾਓ। ਸਤਿਗੁਰੂ ਕਹਿੰਦੇ ਅਗਲੇ ਬਚਨਾਂ 'ਚ ਸਮਝਾ ਰਹੇ ਨੇ, ਕਹਿੰਦੇ ਜਦੋਂ ਤੂੰ ਆਪਣੇ ਪੂਰੇ ਗੁਰੂ ਜੀ ਦੇ ਹੁਕਮ ਦੇ ਉੱਤੇ ਤੁਰੇਗਾ, ਚਾਕਰੀ ਦਾ ਅਰਥ ਆ ਨੌਕਰੀ, ਨੌਕਰੀ ਦਾ ਮਤਲਬ ਆ ਹੁਕਮ ਮੰਨਣਾ ਮਾਲਕ ਦਾ। ਗੁਰੂ ਜੀ ਦੇ ਪੂਰੇ ਬਚਨਾਂ ਨੂੰ ਜੀਵਨ ਦੇ ਵਿੱਚ ਜਦੋਂ ਕਮਾਵੇਂਗਾ, ਕੇਵਲ ਤਾਂ ਕੇਵਲ ਨੌਕਰ ਗੁਰੂ ਸ਼ਬਦ ਦਾ ਬਣੇਗਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਬਣੇਗਾ, ਗੁਰੂ ਜੀ ਦੇ ਉਪਦੇਸ਼ਾਂ ਦਾ ਬਣੇਗਾ, ਬਿਰਥਾ ਜਾਏ ਨਾ ਕੋਈ। ਚੇਤਾ ਰੱਖੀ, ਕਦੀ ਵੀ ਤੂੰ ਖਾਲੀ ਨਹੀਂ ਮੁੜੇਗਾ ਗੁਰੂ ਦੇ ਦਰ ਤੋਂ, ਤੇਰੀਆਂ ਝੋਲੀਆਂ ਭਰੀਆਂ ਰਹਿਣਗੀਆਂ। ਅੱਜ ਮੇਰੇ ਵਰਗਾ ਕਥਾਵਾਚਕ, ਮੇਰੇ ਵਰਗਾ ਗ੍ਰੰਥੀ, ਜਿਹੜਾ ਚਾਕਰ ਤੇ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ, ਜਿਹਦਾ ਫਰਜ਼ ਸੀ ਉਹ ਚਾਕਰੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਜੀ ਦੇ ਬਚਨਾਂ ਨੂੰ ਸੰਗਤਾਂ ਤੱਕ ਇਮਾਨਦਾਰੀ ਨਾਲ ਪਹੁੰਚਾਉਂਦਾ। ਪਰ ਮੈਂ ਕਈ ਵਾਰੀ ਹੈਰਾਨ ਹੁੰਦਾ, ਮੇਰੇ ਵਰਗੇ ਕਥਾਵਾਚਕ ਗ੍ਰੰਥੀ ਦੀ ਝੋਲੀ ਆਪਣੇ ਗੁਰੂ ਅੱਗੇ ਨਹੀਂ ਅੜਦਾ, ਲੋਕਾਂ ਦੇ ਅੱਗੇ ਅੜਦਾ ਫਿਰਦਾ ਹੈ। ਤੁਸੀਂ ਮੇਰੇ ਸੁੱਖ ਸਮਦਾਨ ਪੂਰੇ ਕਰੋ।
ਅਰਦਾਸਾਂ ਦੇ ਪਿੱਛੇ ਤੁਰਿਆ ਫਿਰਦਾ ਹੈ। ਇਹੀ ਗੱਲ ਅੱਜ ਸਾਡੀ ਜ਼ਮੀਰੀ ਤੌਰ 'ਤੇ ਸਾਨੂੰ ਡੇਗ ਗਈ ਹੈ। ਇਸੇ ਕਰਕੇ ਗੁਰਦੁਆਰਿਆਂ ਦੇ ਵਿੱਚੋਂ ਸੱਚ ਤੇ ਗਿਆਨ ਦਾ ਪ੍ਰਗਾਸ ਨਹੀਂ ਹੋ ਰਿਹਾ, ਕਿਉਂਕਿ ਮੇਰਾ ਵੀ ਜ਼ਮੀਰ ਮਰ ਚੁੱਕਿਆ ਹੈ। ਮੈਨੂੰ ਆਪਣੇ ਗੁਰੂ ਦੀ ਚਾਕਰੀ ਨਹੀਂ, ਮੈਂ ਤੇ ਚਾਕਰੀ ਕਰਨੀ ਹੈ ਪ੍ਰਬੰਧਕਾਂ ਦੀ। ਅੱਗੇ ਪਿੱਛੇ ਘੁੰਮਣਾ ਹੈ ਪ੍ਰਬੰਧਕਾਂ ਦੇ। ਸ਼ਾਇਦ ਮੈਨੂੰ ਪੱਕਾ ਕਰਾ ਦੇਣਗੇ, ਸ਼ਾਇਦ ਮੇਰੇ ਕਾਰਜ ਰਾਸ ਕਰ ਦੇਣਗੇ। ਸਤਿਗੁਰੂ ਕਹਿੰਦੇ ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਭਾਈ ਗੁਰਦਾਸ ਜੀ ਕਹਿੰਦੇ ਜੇ ਕੋਈ ਸਤਿਗੁਰ ਦੀ ਚਾਕਰੀ ਛੱਡ ਦੇਵੇ ਤੇ ਮਨੁੱਖਾਂ ਦੀ ਚਾਕਰੀ ਕਰਨ ਲੱਗ ਪਵੇ, ਕਹਿੰਦੇ ਮਨੁੱਖ ਗੁਰਮੁਖ ਨਹੀਂ ਹੋ ਸਕਦਾ, ਮਨਮੁਖ ਹੈ। ਸਤਿਗੁਰੂ ਕਹਿੰਦੇ ਭਰੋਸਾ ਤੇ ਕਰਕੇ ਵੇਖ, ਗੁਰ ਪੂਰੇ ਕੀ ਚਾਕਰੀ। ਪੂਰੇ ਗੁਰੂ ਜੀ ਦੀ ਚਾਕਰੀ, ਪੂਰੇ ਗੁਰੂ ਜੀ ਦਾ ਨੌਕਰ, ਪੂਰੇ ਗੁਰੂ ਜੀ ਦਾ ਹੁਕਮ ਨੂੰ ਮੰਨ ਕੇ ਤੇ ਦੇਖ, ਬਿਰਥਾ ਜਾਏ ਨਾ ਕੋਏ। ਚੇਤਾ ਰੱਖੀ ਖਾਲੀ ਨਹੀਂ ਕਦੀ ਮੁੜੇਗਾ। ਸਦਾ ਝੋਲੀਆਂ ਭਰੀਆਂ ਰਹਿਣਗੀਆਂ, ਸਦਾ ਰਹਿਮਤਾਂ ਬੜੀਆਂ ਰਹਿਣਗੀਆਂ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਸ਼੍ਰੀ ਰਾਗ ਦਾ 81 ਨੰਬਰ ਸ਼ਬਦ, ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਜ਼ਾਨਾ ਦੀ ਕਥਾ ਦੇ ਵਿੱਚੋਂ ਜਿਹਦੀ ਆਪਾਂ ਵਿਚਾਰ ਕਰ ਰਹੇ ਹਾਂ। ਰਹਾਉ ਦੀਆਂ ਪੰਕਤੀਆਂ ਵਿਚਾਰੀਆਂ ਨੇ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਾਹਿਬ ਜੀ ਕਹਿ ਰਹੇ ਨੇ, ਮਿਲ ਸਤਿਗੁਰੂ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ। ਸਤਿਗੁਰੂ ਨੂੰ ਮਿਲ ਕੇ, ਮਿਲ ਸਤਿਗੁਰ, ਸਤਿਗੁਰੂ ਜੀ ਨੂੰ ਮਿਲ ਕੇ ਸਭ ਦੁੱਖ ਗਿਆ। ਮੇਰੇ ਜੀਵਨ ਦੇ ਵਿੱਚੋਂ ਸਾਰੇ ਆਤਮਿਕ ਦੇ ਦੁੱਖ, ਵਿਕਾਰਾਂ ਦੇ ਦੁੱਖ ਮੇਰੇ ਸਤਿਗੁਰ ਨੇ ਸਾਰੇ ਮੁਕਾ ਦਿੱਤੇ ਨੇ। ਹੁਣ ਜੀਵਨ ਐਸਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਹੁਣ ਜੇ ਦੁੱਖ ਵੀ ਆ ਗਿਆ ਹੈ ਤੇ ਉਹ ਵੀ ਰਜ਼ਾ ਜਾਣ ਕੇ ਐਕਸੈਪਟ ਕਰ ਲਿਆ ਹੈ। ਮੈਂ ਕਈ ਵਾਰੀ ਹੈਰਾਨ ਹੁੰਨਾ ਜਦੋਂ ਇਤਿਹਾਸ ਦੇ ਕੁਝ ਕੁ ਪੰਨੇ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ। ਰੋਜ਼ਾਨਾ ਦੇ ਅਰਦਾਸ ਦੇ ਹੀ ਬੋਲਾਂ ਨੂੰ ਚੁੱਕ ਲਈਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਮੂੰਹ ਤੋਂ ਪੜ੍ਹੇ ਨੇ। ਕਿਤੇ ਇਹਨਾਂ ਸ਼ਬਦਾਂ ਦੇ ਵਿੱਚ ਧਿਆਨ ਜੋੜ ਕੇ ਦੇਖੋ, ਕਿਤੇ ਅੱਖਾਂ ਦੇ ਸਾਹਮਣੇ ਉਹ ਚਿੱਤਰਨ ਲਿਆ ਕੇ ਦੇਖੋ, ਇੱਕ ਮੂਵੀ ਵਾਂਗੂ ਅੱਖਾਂ ਦੇ ਸਾਹਮਣੇ ਬਣਾ ਕੇ ਵੇਖੋ ਉਹ ਦ੍ਰਿਸ਼ ਕਿ ਕੈਸੇ ਆਤਮਿਕ ਤੌਰ ਤੇ ਮਜ਼ਬੂਤ ਹੋਣਗੀਆਂ ਉਹ ਸਿੰਘ ਸਿੰਘਣੀਆਂ ਜਿਹੜੇ ਬੰਦ-ਬੰਦ ਕੱਟਣਾ ਤੇ ਮਨਜ਼ੂਰ ਕਰਾਉਂਦੇ ਨੇ। ਆਪਣੇ ਬੱਚਿਆਂ ਦੇ ਗਲਾਂ ਵਿੱਚ ਟੋਟੇ ਕਰਕੇ ਹਾਰ ਪਵਾਉਣਾ ਤੇ ਮਨਜ਼ੂਰ ਕਰ ਰਹੇ ਨੇ। ਇਹ ਤੋਂ ਵੱਡਾ ਕੋਈ ਦੁੱਖ ਹੋ ਸਕਦਾ ਜ਼ਿੰਦਗੀ 'ਚ? ਕਿਸੇ ਦੇ ਬੱਚੇ ਦੇ ਟੁਕੜੇ ਕਰਕੇ ਉਹਦੇ ਗਲਾਂ ਵਿੱਚ ਪਾ ਦੇਣੇ, ਇਹ ਤੋਂ ਵੱਡਾ ਤੇ ਮੇਰੇ ਖਿਆਲ 'ਚ ਨਹੀਂ ਕੋਈ ਦੁੱਖ ਹੋ ਸਕਦਾ। ਪਰ ਉਹਨਾਂ ਦੇ ਕੋਲ ਪੁੱਛੋ, ਉਹ ਕਹਿੰਦੇ ਅਸੀਂ ਸੁਖੀ ਹਾਂ। ਸਾਡੇ ਵਰਗੇ ਕੋਲ ਦੁੱਖ ਕੀ ਹੈ? ਮੇਰੇ ਗੁਆਂਢੀ ਕੋਲ 2 ਗੱਡੀਆਂ ਨੇ, ਮੇਰੇ ਕੋਲ ਇੱਕ ਆ, ਮੈਨੂੰ ਇਹ ਦੁੱਖ ਆ। ਮੇਰਾ ਦੂਸਰਾ ਵੀਰ ਮੇਰੇ ਤੋਂ ਅੱਗੇ ਤਰੱਕੀ ਕਰ ਗਿਆ, ਮੈਨੂੰ ਇਹ ਦੁੱਖ ਆ। ਦੂਜੇ ਦਾ ਬੱਚਾ ਮੇਰੇ ਬੱਚੇ ਨਾਲੋਂ ਜ਼ਿਆਦਾ ਪੜ੍ਹਦਾ ਹੈ, ਮੈਨੂੰ ਇਹ ਦੁੱਖ ਆ। ਦੂਜੇ ਦੇ ਘਰ ਦੇ ਵਿੱਚ ਮੁੰਡੇ ਨੇ, ਮੇਰੇ ਘਰ 'ਚ ਮੁੰਡਾ ਕੋਈ ਨਹੀਂ, ਮੈਨੂੰ ਇਹ ਦੁੱਖ ਆ। ਫਲਾਣੇ ਨੂੰ ਕੁੜੀਆਂ ਦੇਤੀਆਂ ਨੇ, ਮੈਨੂੰ ਕੁੜੀਆਂ ਦੇਤੀਆਂ ਨੇ, ਇਹ ਦੁੱਖ ਆ। ਸਾਰੀ ਜ਼ਿੰਦਗੀ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ। ਸਾਨੂੰ ਤੇ ਆ ਨਿੱਕੇ ਨਿੱਕੇ ਦੁੱਖ ਆ। ਸਤਿਗੁਰੂ ਕਹਿੰਦੇ ਅਸਲੀ ਤੇ ਇਮਤਿਹਾਨ ਦੀ ਘੜੀ ਜਦੋਂ ਪੈਂਦੀ ਭਾਈ, ਉਦੋਂ ਸਮਝ ਆਉਂਦਾ ਕਿ ਗੁਰੂ ਜੀ ਦੀਆਂ ਰਹਿਮਤਾਂ ਕੀ ਨੇ। ਕਹਿੰਦੇ ਜਦੋਂ ਮੈਂ ਆਪਣੇ ਸਤਿਗੁਰੂ ਗੁਰੂ ਜੀ ਨੂੰ ਮਿਲ ਗਿਆ, ਗੁਰੂ ਸ਼ਬਦ ਮੁਤਾਬਕ ਜੀਵਨ ਢਾਲਿਆ, ਸਭ ਦੁੱਖ ਗਿਆ। ਮੇਰੇ ਜੀਵਨ ਦੇ ਵਿੱਚੋਂ ਉਹ ਆਤਮਿਕ ਤੌਰ ਤੇ ਜਿਹੜੇ ਝੋਰੇ ਸਨ ਨਾ, ਜਿਹੜੇ ਨਿਤ ਮੈਨੂੰ ਪਰੇਸ਼ਾਨ ਤੇ ਦੁਖੀ ਕਰਦੇ ਸਨ, ਉਹ ਸਾਰੇ ਦੁੱਖ ਮੇਰੇ ਗੁਰੂ ਜੀ ਨੇ ਮੇਰੇ ਜੀਵਨ ਵਿੱਚੋਂ ਕੱਢ ਦਿੱਤੇ ਨੇ। ਹਰ ਸੁਖ ਵਸਿਆ ਮਨ ਆਏ। ਤੇ ਸੁੱਖਾਂ ਦਾ ਦਾਤਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਮੇਰੇ ਮਨ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਵਸਿਆ ਹੈ। ਅੰਤਰ ਜੋਤ ਪ੍ਰਗਾਸੀਆ। ਪ੍ਰਗਾਸੀਆ ਦਾ ਅਰਥ ਚਾਨਣ ਹੋ ਜਾਣਾ। ਅੰਤਰ ਆਤਮੇ, ਮੇਰੇ ਆਪਣੇ ਅੰਦਰ ਸੱਚ ਦੀ ਜੋਤ ਜਗ ਪਈ ਹੈ। ਸੱਚ ਦਾ ਚਾਨਣ ਹੋ ਗਿਆ ਹੈ, ਸੱਚ ਦਾ ਪ੍ਰਗਾਸ ਹੋ ਗਿਆ ਹੈ। ਏਕ ਸਿਉ ਲਿਵ ਲਾਏ। ਤੇ ਇੱਕੋ ਇੱਕ ਅਕਾਲ ਪੁਰਖ ਦੇ ਨਾਲ ਹੁਣ ਮੇਰਾ ਚਿੱਤ ਜੁੜ ਗਿਆ ਹੈ, ਉਹਦੇ ਨਾਲ ਮੇਰੇ ਜੀਵਨ ਦੀ ਸਾਂਝ ਬਣ ਗਈ ਹੈ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ। ਹੁਣ ਧਿਆਨ ਦੇਣਾ ਇਹਨਾਂ ਪੰਕਤੀਆਂ ਤੇ। ਬੜੇ ਹੀ ਡੂੰਘੇ ਸ਼ਬਦ ਨੇ, ਗੁਰਮਤ ਗੁਰੂ ਜੀ ਦੀ ਬਾਂਹ ਫੜ ਕੇ ਤੁਰਨ ਵਾਲੇ ਸ਼ਬਦ ਨੇ। ਜੇ ਸਤਿਗੁਰੂ ਜੀ ਦੀ ਬਾਂਹ ਨੂੰ ਛੱਡ ਦੇਵਾਂਗੇ
इन्हां शब्दां दे अर्थ किते होर लै जावांगे। सतगुर दी बांह फड़ के, मेरे कहण तो भाव ਅੱਖਾਂ ਦੇ ਸਾਹਮਣੇ ਗੁਰੂ ਸ਼ਬਦ ਮੂਲ ਮੰਤਰ ਸਾਹਿਬ ਨੂੰ ਰੱਖ ਕੇ ਅਰਥ ਕਰਨ ਵਾਲੇ ਸ਼ਬਦ ਨੇ। ਮਿਲ ਸਾਧੂ, ਸਾਧੂ ਕੌਣ ਆ ਸਾਡੇ ਵਾਸਤੇ? ਕੋਈ ਦੇ, ਕੋਈ ਭੰਗਵੇਂ ਕੱਪੜਿਆਂ ਵਾਲਾ, ਕੋਈ ਚਿੱਟੇ ਕੱਪੜਿਆਂ ਵਾਲਾ ਨਹੀਂ। ਸਾਡੇ ਵਾਸਤੇ ਸਾਧੂ ਹੈ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ, ਜਿਹੜਾ ਸਾਧਿਆ ਹੋਇਆ ਹੈ। ਮਨੁੱਖ ਕਦੀ ਸਾਧਿਆ ਨਹੀਂ ਹੋ ਸਕਦਾ। ਅਨੇਕਾਂ ਸਾਧੂ ਜੇਲਾਂ ਦੇ ਕਟਹਿਰਿਆਂ ਦੇ ਵਿੱਚ, ਜੇਲਾਂ ਦੀਆਂ ਸਲਾਖਾਂ ਦੇ ਪਿੱਛੇ, ਕਚਹਿਰੀਆਂ ਦੇ ਕਟਹਿਰਿਆਂ ਦੇ ਵਿੱਚ ਖਲੋਤੇ ਨਜ਼ਰ ਆਉਣਗੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸਾਧੂ ਐਸਾ ਹੈ ਜਿਹਦੇ ਉੱਤੇ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਭੈ ਹੈ। ਐਸਾ ਗੁਰੂ, ਐਸਾ ਸਾਧੂ ਕੇਵਲ ਤਾਂ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਹੈ। ਤੋ ਸਾਹਿਬ ਕਹਿੰਦੇ ਫਿਰ ਕਰ ਕੀ? ਮਿਲ ਸਾਧੂ। ਸਤਿਗੁਰੂ ਰੂਪੀ ਸਾਧੂ ਨੂੰ ਜਦੋਂ ਮੈਂ ਮਿਲਿਆ, ਸਤਿਗੁਰੂ ਰੂਪੀ ਸਾਧੂ ਨਾਲ ਜਦੋਂ ਮੇਰੀ ਮੁਲਾਕਾਤ ਹੋਈ, ਮੁਖ ਉਜਲਾ, ਮੇਰਾ ਮੁਖ ਉਜਵਲ ਹੋਣ ਲੱਗਾ। ਕਹਿਣ ਤੋਂ ਭਾਵ ਮੇਰੇ ਅੰਦਰ ਦੇ ਜਿਹੜੇ ਵਿਚਾਰ ਨੇ, ਜਿਹੜੇ ਮੇਰੇ ਅੰਦਰ ਬੈਠੇ ਜਿਹੜੇ ਵਿਚਾਰ ਜਨਮ ਲੈਂਦੇ ਨੇ, ਜਿਹੜੇ ਮੇਰੇ ਅੰਦਰ ਦੇ ਖਿਆਲ ਨੇ, ਉਹ ਪਵਿੱਤਰ ਹੋ ਗਏ। ਹੁਣ ਮੇਰੇ ਵਿਕਾਰ, ਮੇਰੇ ਖਿਆਲ ਮੈਲੇ ਨਹੀਂ ਨੇ, ਮੇਰੇ ਵਿਚਾਰ ਮੈਲੇ ਨਹੀਂ ਗੇ, ਜਿਹਦੇ ਕਰਕੇ ਮੇਰੇ ਮੁਖ ਉੱਤੇ ਤਿਊੜੀਆਂ ਵੀ ਨਹੀਂ ਗਈਆਂ, ਮੇਰੇ ਮੁਖ ਉੱਤੇ ਕ੍ਰੋਧ ਦੀਆਂ ਕੋਈ ਕਿਰਨਾਂ ਨਹੀਂ ਗਈਆਂ। ਅੰਦਰ ਰੋਮ ਰੋਮ, ਅੰਗ ਅੰਗ ਠੰਡਾ ਹੋਇਆ ਪਿਆ ਹੈ, ਮੁਖ ਉਜਲਾ। ਹੁਣ ਮੇਰਾ ਚਿਹਰਾ, ਮੇਰਾ ਮੁਖ ਬਰਾਈਟ ਹੈ, ਉਜਵਲ ਹੈ, ਪੂਰਬ ਲਿਖਿਆ ਪਾਏ। ਕਿਉਂਕਿ ਸਮਝ ਆ ਗਈ ਹੈ, ਜੋ ਅੱਜ ਲਿਖਾਂਗਾ ਉਹੀ ਕੱਲ ਪਾਵਾਂਗਾ। ਜਿਹੋ ਜੇ ਅੱਜ ਕਰਮ ਕਰਾਂਗਾ ਉਹੋ ਜਿਹੇ ਹੀ ਕੱਲ ਨੂੰ ਮਿਲਣਗੇ। ਇਸੇ ਕਰਕੇ ਮੁੱਢ ਤੋਂ ਹੀ, ਪੂਰਬ ਮੁੱਢ ਤੋਂ ਹੀ, ਸ਼ੁਰੂ ਤੋਂ ਹੀ ਚੰਗੇ ਕੰਮ ਕਰਨੇ ਸ਼ੁਰੂ ਕਰਾਂ। ਅੱਜ ਤੋਂ ਹੀ ਗੁਰਮਤ ਦੇ ਗਾਡੀ ਰਾਹ ਤੇ ਤੁਰਾਂ। ਇੱਥੇ ਪੂਰਬ ਦਾ ਮਨੁੱਖ ਮਤਲਬ ਇਹ ਨਹੀਂ ਕਿ ਪੂਰਬਲਾ ਜਨਮ, ਕਿ ਮੇਰੇ ਇਸ ਜਨਮ ਤੋਂ ਪਹਿਲਾ ਜਨਮ। ਪੂਰਬ ਦਾ ਮਤਲਬ ਹੈ ਅੱਜ ਤੋਂ, ਮੁੱਢ ਤੋਂ, ਸ਼ੁਰੂ ਤੋਂ ਹੀ ਮੈਂ ਕੰਮ ਚੰਗੇ ਕਰਾਂ, ਗੁਰੂ ਦੀ ਮੱਤ ਨੂੰ ਲੈ ਕੇ ਤੁਰਾਂ। ਕੋਈ ਮੇਰਾ ਕਰਮ ਮਾੜਾ ਨਾ ਹੋਵੇ, ਮੇਰੀ ਮੈਲੇ ਵਿਚਾਰਾਂ ਦੇ ਪਿੱਛੇ ਲੱਗ ਕੇ ਮੈਂ ਅਪਰਾਧ ਨਾ ਕਰਾਂ, ਕਿਉਂਕਿ ਜੋ ਅੱਜ ਕਰਾਂਗਾ ਉਹ ਮੈਨੂੰ ਭੋਗਣਾ ਪਊਗਾ। ਜਿਹਾ ਬੀਜੇ ਸੋ ਲੁਣਾ ਕਰਮਾ ਸੰਧੜਾ ਕੇ। ਇੰਗਲਿਸ਼ ਦਾ ਮੋਰਲ ਆ, ਐਜ਼ ਯੂ ਸੋ ਸੈਲ ਯੂ ਰੀਪ। ਅੱਜ ਜੋ ਤੁਸੀਂ ਅੱਜ ਬੀਜ ਰਹੇ ਹੋ, ਕੱਲ ਨੂੰ ਤੁਸੀਂ ਉਹ ਵੱਢੋਗੇ। ਸੋ ਅੱਜ ਚੰਗਾ ਬੀਜੀਏ, ਕੱਲ ਵੀ ਚੰਗਾ ਹੋਵੇਗਾ। ਇਹ ਸਭ ਕੁਝ ਤਾਂ ਹੋਵੇਗਾ ਜਦੋਂ ਸਤਿਗੁਰੂ ਜੀ ਦੇ ਹੁਕਮ ਦੇ ਉੱਤੇ ਤੁਰਾਂਗੇ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਸਾਚੈ ਨਾਏ ਦਾ ਅਰਥ ਹੈ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ। ਗੁਣ ਗੋਵਿੰਦ, ਧਰਤੀ ਦੇ ਮਾਲਕ। ਗੋ ਦਾ ਅਰਥ ਹੈ ਧਰਤੀ, ਵਿੰਦ ਦਾ ਅਰਥ ਹੈ ਸਹਾਰਾ। ਧਰਤੀ ਦਾ ਮਾਲਕ, ਧਰਤੀ ਦਾ ਸਹਾਰਾ ਜੋ ਪ੍ਰਮਾਤਮਾ ਹੈ, ਹੇ ਮਨੁੱਖ ਸਦਾ ਉਹਦੇ ਹੀ ਗੁਣ ਗਾ। ਮਨੁੱਖਾਂ ਦੀ ਸਿਫਤ ਸਲਾਹ ਚਾਪਲੂਸੀਆਂ ਨਾ ਕਰ, ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਗੁਣ ਗਾ। ਨਿਤ ਗਾਵਣੇ, ਰੋਜ਼ਾਨਾ ਗਾਇਆ ਕਰ। ਕੀ ਹੋਵੇਗਾ? ਨਿਰਮਲ ਸਾਚੈ ਨਾਏ। ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਜਦੋਂ ਹੁਕਮ ਦੇ ਵਿੱਚ ਤੂੰ ਤੁਰੇਂਗਾ, ਤੇਰਾ ਰੋਮ ਰੋਮ, ਅੰਗ ਅੰਗ ਮੈਲ ਤੋਂ ਰਹਿਤ ਹੋ ਜਾਵੇਗਾ, ਤੂੰ ਨਿਰਮਲ ਹੋ ਜਾਵੇਗਾ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਫਿਰ ਹੇ ਮੇਰੇ ਮਨ, ਗੁਰੂ ਜੀ ਦੇ ਸ਼ਬਦ ਦੇ ਵਿੱਚ ਜੁੜਿਆ ਹੀ, ਗੁਰੂ ਜੀ ਦੀ ਮੱਤ ਨੂੰ ਫੋਲੋ ਕੀਤਿਆਂ ਹੀ ਆਤਮਿਕ ਸੁੱਖ, ਆਤਮਾ ਦਾ ਆਨੰਦ ਮਨੁੱਖ ਨੂੰ ਮਿਲ ਸਕਦਾ ਹੈ। ਗੁਰਪੂਰੇ ਕੀ ਚਾਕਰੀ, ਬਿਰਥਾ ਜਾਏ ਨਾ ਕੋਏ। ਸਭ ਕਹਿੰਦੇ ਜਿਹੜਾ ਵੀ ਮਨੁੱਖ ਪੂਰੇ ਗੁਰੂ ਜੀ ਦੀ ਸੇਵਾ ਕਰਦਾ ਹੈ, ਭਾਵ ਪੂਰੇ ਗੁਰੂ ਜੀ ਦੇ ਸ਼ਬਦ ਦੇ ਅਨੁਸਾਰ ਤੁਰਦਾ ਹੈ, ਉਹ ਕਦੀ ਵੀ ਗੁਰੂ ਜੀ ਦੇ ਦਰ ਤੋਂ ਖਾਲੀ ਨਹੀਂ ਜਾਂਦਾ। ਰਹਾਉ ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ। ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਜਿਹੜਾ ਮਨੁੱਖ ਪਰਮਾਤਮਾ ਦੇ ਸੱਚ ਦੇ ਟ੍ਰੇਜ਼ਰ ਨੂੰ, ਸੱਚ ਦੇ ਖਜ਼ਾਨੇ ਨੂੰ ਲੱਭ ਲੈਂਦਾ ਹੈ, ਉਸ ਦੀਆਂ ਮਨ ਦੀਆਂ ਸਾਰੀਆਂ ਖਾਹਿਸ਼ਾਂ, ਸਾਰੀਆਂ ਡਿਜ਼ਾਇਰਸ
ਪੂਰੀਆਂ ਹੋ ਜਾਂਦੀਆਂ ਹਨ। ਭਾਵ ਉਸ ਦੇ ਮਨ ਵਿੱਚ ਹੁਣ ਫਿਰ ਕੋਈ ਦੁਨਿਆਵੀ ਵਾਸ਼ਨਾ ਰਹਿੰਦੀ ਨਹੀਂ, ਕੋਈ ਵੀ ਦੁਨਿਆਵੀ ਭੜਕਾਹਟ ਰਹਿੰਦੀ ਨਹੀਂ। ਉਹ ਦੁਨਿਆਵੀ ਪਦਾਰਥਾਂ ਨੂੰ ਛੱਡ ਕੇ ਉਹਦੀ ਮੰਗ ਦਾ ਮੁੱਖ ਵਿਸ਼ਾ ਮੰਗਣਾ ਮੰਗਣ ਨਿੱਕਾ ਹਰ ਜਸ ਗੁਰ ਤੇ ਮੰਗਣਾ। ਉਹ ਜਦੋਂ ਮੰਗੂਗਾ ਗੁਰੂ ਕੋਲੋਂ ਜਸ ਮੰਗੂਗਾ, ਪ੍ਰੇਮ ਮੰਗੂਗਾ, ਭਗਤੀ ਮੰਗੂਗਾ। ਨਾਮ ਨਿਧਾਨ ਦਾ ਅਰਥ ਹੈ ਖਜ਼ਾਨਾ। ਫਿਰ ਉਹ ਸਦਾ ਸੱਚ ਦਾ ਖਜ਼ਾਨਾ ਮੰਗੂਗਾ ਜੋ ਕਦੀ ਮੁੱਕਣ ਵਾਲਾ ਨਹੀਂ, ਕਦੀ ਲੁੱਟਣ ਵਾਲਾ ਨਹੀਂ। ਅੰਤਰ ਜਾਮੀ ਸਦਾ ਸੰਗ ਕਰਨੈ ਹਾਰ ਪਛਾਣ। ਸਾਹਿਬ ਕਹਿੰਦੇ ਹਰੇਕ ਦੇ ਦਿਲਾਂ ਦੀਆਂ ਜਾਣਨ ਵਾਲਾ। ਅੰਤਰਜਾਮੀ ਦਾ ਅਰਥ ਹੈ ਹਰੇਕ ਦੀਆਂ ਦਿਲਾਂ ਦੀਆਂ ਜਾਣਨ ਵਾਲਾ। ਉਹ ਪਰਿਪੂਰਨ ਪਰਮਾਤਮਾ ਸੱਚਾ ਪਾਤਸ਼ਾਹ ਹੇ ਮਨੁੱਖ, ਉਹ ਸਦਾ ਤੇਰੇ ਅੰਗ ਸੰਗ ਹੈ। ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿੱਚ ਤੁਰਦਾ ਹੈ, ਅੰਤਰਜਾਮੀ ਸਦਾ ਸੰਗ, ਦਿਲਾਂ ਦੀਆਂ ਜਾਣਨ ਵਾਲਾ ਅੰਤਰਜਾਮੀ ਪਰਮਾਤਮਾ ਸਦਾ ਅੰਗ ਸੰਗ ਵਸਦਾ ਨਜ਼ਰ ਆਉਣ ਲੱਗ ਪੈਂਦਾ ਹੈ। ਕਰਨੇ ਹਾਰ ਪਛਾਣ, ਤੇ ਸਿਰਜਣਹਾਰ ਪ੍ਰਭੂ ਨੂੰ ਉਹ ਸਦਾ ਆਪਣੇ ਅੰਗ ਸੰਗ ਵਸਣ ਲੱਗ ਪੈਂਦਾ ਸਮਝਦਾ ਹੈ। ਤੇ ਕਰਤਾ ਅਕਾਲ ਪੁਰਖ ਵਾਹਿਗੁਰੂ ਦੀ ਉਸ ਨੂੰ ਪਛਾਣ ਹੋ ਜਾਂਦੀ ਹੈ ਤੇ ਉਹ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੈਂਦਾ ਹੈ, ਦੋਸਤ ਬਣਾ ਲੈਂਦਾ ਹੈ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ। ਗੁਰੂ ਪ੍ਰਸਾਦੀ ਦਾ ਅਰਥ ਆ ਗੁਰੂ ਜੀ ਦੀ ਕਿਰਪਾ ਦੇ ਨਾਲ ਕੀ ਹੋਇਆ? ਮੁਖ ਉਜਲਾ, ਮੇਰਾ ਮੁਖ ਉਜਵਲ ਹੋ ਗਿਆ। ਮੁਖ ਉਜਵਲ ਦਾ ਅਰਥ ਮੈਂ ਬਾਰ-ਬਾਰ ਬੇਨਤੀ ਕਰਦਾ, ਜਿਹੋ ਜਿਹੇ ਸਾਡੇ ਅੰਦਰ ਵਿਚਾਰ ਨੇ, ਸੋਚਾਂ ਨੇ, ਸਾਡੇ ਮੁਖ ਦਾ ਦ੍ਰਿਸ਼ ਉਹ ਜਿਹਾ ਹੈ। ਜੇ ਸਾਡੇ ਅੰਦਰ ਸ਼ਾਂਤੀ ਹੈ, ਸਹਿਜ ਹੈ, ਸੰਤੋਖ ਹੈ, ਪ੍ਰੇਮ ਹੈ, ਸਾਡਾ ਚਿਹਰਾ ਖਿੜਿਆ ਰਹੇਗਾ। ਜੇ ਸਾਡੇ ਅੰਦਰ ਵਿਕਾਰ ਨੇ, ਗੰਦਗੀ ਹੈ, ਸਾਡਾ ਚਿਹਰਾ ਮੁਰਝਾਇਆ ਰਹੇਗਾ। ਤੋ ਜਦੋਂ ਸੱਚ ਦਾ ਪ੍ਰਕਾਸ਼ ਜੀਵਨ ਵਿੱਚ ਹੋ ਜਾਂਦਾ ਹੈ, ਸੱਚ ਟਿਕ ਜਾਂਦਾ ਹੈ, ਤੇ ਮਨੁੱਖ ਦਾ ਮੁਖ, ਮਨੁੱਖ ਦਾ ਚਿਹਰਾ ਨਿਰਮਲ ਹੋ ਜਾਂਦਾ ਹੈ। ਜਪ ਨਾਮ ਦਾਨ ਇਸ਼ਨਾਨ, ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਨਾਮ ਜਪ ਕੇ, ਉਹਦੇ ਹੁਕਮ ਦੇ ਵਿੱਚ ਤੁਰ ਕੇ, ਮਾਨਵਤਾ ਦੀ ਸੇਵਾ ਦੇ ਨਾਲ ਫਿਰ ਮਨੁੱਖ ਦਾ ਮਨ ਪਵਿੱਤਰ ਆਚਰਨ ਵਾਲਾ ਬਣ ਜਾਂਦਾ ਹੈ। ਮਨੁੱਖ ਕਿਰਦਾਰ, ਕਰੈਕਟਰ ਦਾ ਧਨੀ ਹੋ ਜਾਂਦਾ ਹੈ। ਸਭ ਤੋਂ ਵੱਡੀ ਮਨੁੱਖ ਕੋਲ ਜੇ ਸ਼ਕਤੀ ਆ ਨਾ ਕੋਈ, ਕਿ ਮਨੁੱਖ ਦਾ ਕਿਰਦਾਰ ਦਾ ਉੱਚਾ ਹੋਣਾ। ਮਨੁੱਖ ਭਾਵੇਂ ਦੁਨੀਆ ਦੇ ਵਿੱਚ ਕਿਤਨਾ ਪਹੁੰਚਿਆ ਹੋਵੇ, ਜੇ ਉਹਦੇ ਕਿਰਦਾਰ ਦੇ ਉੱਤੇ ਲਾਲਛਣ ਲੱਗ ਜਾਵੇ ਨਾ, ਉਹ ਕਿਤੇ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ। ਆ ਤੁਹਾਡੇ ਸਾਹਮਣੇ ਆ ਐਸਾ ਝੂਠਾ ਸਾਧ ਜਿਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਸੀ ਖਤਮ ਕਰ ਸਕੀ। ਬਾਕੀ ਇਲਜ਼ਾਮ ਉਹਦੇ ਉੱਪਰ ਕੋਈ ਮਾਇਨੇ ਨਹੀਂ ਸਨ। ਜਿਸ ਦਿਨ ਉਹਦਾ ਕੋਰਟ ਦੇ ਵਿੱਚ ਇਹ ਗੱਲ ਪ੍ਰੂਵ ਹੋ ਗਈ ਕਿ ਉਹ ਕਰੈਕਟਰਲੈਸ ਇਨਸਾਨ ਆ, ਅੱਜ ਤੁਸੀਂ ਦੇਖੋ ਉਹੀ ਲੋਕ ਜਿਹੜੀ ਉਹਦੀਆਂ ਸਿਫਤਾਂ ਕਰਦੇ ਹੁੰਦੇ ਸਨ, ਅੱਜ ਨੂੰ ਲਾਹਨਤਾਂ ਪਾ ਰਹੇ ਨੇ। ਮਨੁੱਖ ਕਿਰਦਾਰ ਤੋਂ ਕਦੇ ਡਿੱਗਣਾ ਨਹੀਂ ਚਾਹੀਦਾ। ਜਿੱਦਣ ਕਿਰਦਾਰ ਤੋਂ ਗਿਰ ਗਿਆ, ਖਤਮ ਹੋ ਗਿਆ। ਸਤਿਗੁਰ ਦੀ ਬਾਣੀ, ਗੁਰੂ ਦਾ ਸਿਧਾਂਤ ਮਨੁੱਖ ਨੂੰ ਕਿਰਦਾਰਿਕ ਤੌਰ ਤੇ ਉੱਚਾ ਬਣਾਉਂਦਾ ਹੈ, ਇਹਦੇ ਆਚਰਣ ਨੂੰ ਉੱਚਾ ਕਰਦਾ ਹੈ, ਇਹਦੇ ਕਰੈਕਟਰ ਨੂੰ ਉੱਚਾ ਕਰਦਾ ਹੈ। ਤੇ ਜਿਸ ਮਨੁੱਖ ਦਾ ਕਿਰਦਾਰ ਉੱਚਾ ਹੈ ਨਾ, ਉਹਨੂੰ ਡਰਨ ਦੀ ਲੋੜ ਨਹੀਂ। ਜਿਹਦਾ ਕਰੈਕਟਰ ਉੱਚਾ ਹੈ ਨਾ, ਉਹਨੂੰ ਡਰਨ ਦੀ ਲੋੜ ਨਹੀਂ। ਗੁਰ ਪ੍ਰਸਾਦੀ ਮੁਖ ਉਜਲਾ, ਗੁਰੂ ਦੀ ਕਿਰਪਾ ਦੇ ਨਾਲ ਗੁਰੂ ਜੀ ਦੀ ਮੱਤ ਤੇ ਚੱਲਣ ਵਾਲੇ ਗੁਰੂ ਦੇ ਸਿੱਖ ਦਾ ਮੁਖ ਸਦਾ ਉਜਵਲ ਰਹਿੰਦਾ ਹੈ, ਕਿਉਂਕਿ ਉਹ ਕਰੈਕਟਰਲੈਸ ਨਹੀਂ ਹੁੰਦਾ। ਉਹ ਕਰੈਕਟਰ ਦਾ ਧਾਰਨੀ ਬਣ ਜਾਂਦਾ ਹੈ, ਕਿਰਦਾਰ ਦਾ ਉੱਚਾ ਸੁੱਚਾ ਹੋ ਜਾਂਦਾ ਹੈ। ਜਪ ਨਾਮ ਦਾਨ ਇਸ਼ਨਾਨ, ਉਹ ਸਦਾ ਪਰਮਾਤਮਾ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ, ਸੱਚ ਦੇ ਵਿੱਚ ਇਸ਼ਨਾਨ ਕਰਦਾ ਹੈ, ਤੇ ਦਾਨ ਪੁੰਨ ਲੋਕਾਂ ਦੀ ਮਦਦ ਕਰਦਾ ਹੈ, ਲੋੜਵੰਦਾਂ ਦੀ ਮਦਦਗਾਰ ਬਣ ਕੇ ਖੜ ਜਾਂਦਾ ਹੈ। ਕਾਮ ਕ੍ਰੋਧ ਲੋਭ ਬਿਨਸਿਆ, ਉਹਦੇ ਜੀਵਨ ਦੇ ਵਿੱਚੋਂ ਕਾਮ, ਕ੍ਰੋਧ, ਲੋਭ ਆਦਿਕ ਜਿਹੜੇ ਵਿਕਾਰ ਨੇ, ਇਹ ਵਸ ਵਿੱਚ ਆ ਜਾਂਦੇ ਨੇ, ਮਿਟ ਜਾਂਦੇ ਨੇ। ਤਜਿਆ ਸਭ ਅਭਿਮਾਨ, ਤੇ ਉਹ ਆਪਣੇ ਮਨ ਵਿੱਚੋਂ ਸਾਰੇ ਅਹੰਕਾਰ, ਸਾਰੀ ਹਉਮੈ ਨੂੰ ਤਿਆਗ ਦਿੰਦਾ ਹੈ, ਛੱਡ ਦਿੰਦਾ ਹੈ। ਅਗਲਾ ਬੰਦ ਹੈ ਪਾਵਨ ਸ਼ਬਦ ਦਾ, ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ। ਕਹਿੰਦੇ ਜਦੋਂ ਪਰਮਾਤਮਾ ਜੀ ਦਾ ਸੱਚਾ ਨਾਮ
ਉਹਦਾ ਸੱਚਾ ਪਿਆਰ, ਉਹਦਾ ਸੱਚਾ ਹੁਕਮ ਜੀਵਨ ਦੇ ਵਿੱਚ ਵਸਣ ਲੱਗ ਪੈਂਦਾ ਹੈ ਅਤੇ ਮਨੁੱਖ ਨੂੰ ਫਿਰ ਜੀਵਨ ਦੀ ਇਸ ਯਾਤਰਾ ਦੇ ਵਿੱਚ, ਇਸ ਲਾਈਫ ਦੀ ਜਰਨੀ ਦੇ ਵਿੱਚ ਲਾਭ ਵਜੋਂ ਸੱਚ ਦਾ ਗਿਆਨ ਹਾਸਲ ਹੁੰਦਾ ਹੈ ਅਤੇ ਐਸਾ ਮਨੁੱਖ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਕਿਹੜੇ ਕਾਰਜ? ਇੱਥੇ ਦੁਨਿਆਵੀ ਕੰਮਾਂ ਦੀ ਗੱਲ ਨਹੀਂ ਕਰ ਰਹੇ ਸਤਿਗੁਰੂ ਪਾਤਸ਼ਾਹ। ਇੱਥੇ ਕਾਰਜ ਆ ਮਨੁੱਖਤਾ ਦੇ ਜੀਵਨ ਦਾ ਕਾਰਜ, ਜਿਸ ਕਾਰਜ ਨੂੰ ਸਫਲ ਕਰਨ ਵਾਸਤੇ ਅਸੀਂ ਸੰਸਾਰ 'ਚ ਆਏ ਹਾਂ। ਅਸੀਂ ਆ ਬੰਗਲੇ, ਮਹਿਲ, ਮਾੜੀਆਂ ਬਣਾਉਣ ਵਾਸਤੇ ਨਹੀਂ ਆਏ। ਆਪਣੇ ਇਸ ਜੀਵਨ ਨੂੰ ਸੱਚਾ ਅਤੇ ਸੁੱਚਾ ਬਣਾ ਕੇ ਨਿਰਮਲ ਪਾਕਮ ਪਾਕ ਪਰਮਾਤਮਾ ਨਾਲ ਇਕਮੇ ਕਰਨ ਆਏ ਹਾਂ। ਫਿਰ ਜਦੋਂ ਸੱਚ ਦੇ ਰਾਹ 'ਤੇ ਗੁਰੂ ਦੀ ਮੱਤ ਨੂੰ ਲੈ ਕੇ, ਗੁਰੂ ਸ਼ਬਦ ਦੇ ਰਾਹੀਂ ਜਦੋਂ ਸਿੱਖ ਜੀਵਨ ਨੂੰ ਢਾਲ ਕੇ ਗੁਰੂ ਦੇ ਰਾਹ 'ਤੇ ਤੁਰਦਾ ਹੈ, ਉਹਦਾ ਜ਼ਿੰਦਗੀ ਦਾ ਕਾਰਜ ਸਫਲ ਹੋ ਜਾਂਦਾ ਹੈ, ਉਹਨੂੰ ਲਾਭ ਮਿਲਦਾ ਹੈ, ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ, ਕਿਉਂਕਿ ਉਹ ਕਰਤਾ ਪੁਰਖ ਪਰਮਾਤਮਾ ਦੇ ਸੱਚ ਦੇ ਰਸਤੇ 'ਤੇ ਤੁਰਨ ਲੱਗ ਪੈਂਦਾ ਹੈ, ਸੱਚ ਦੇ ਰਾਹ ਨੂੰ ਅਪਣਾ ਲੈਂਦਾ ਹੈ ਅਤੇ ਉਹਦਾ ਜੀਵਨ ਸੁੱਚਾ, ਨਿਰਮਲ ਅਤੇ ਪਵਿੱਤਰ ਬਣ ਜਾਂਦਾ ਹੈ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਕਹਿੰਦੇ ਫਿਰ ਜਦੋਂ ਮਨੁੱਖ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ, ਫਿਰ ਪਰਿਪੂਰਨ ਪਰਮਾਤਮਾ ਵੀ ਟੁੱਟ ਕੇ ਉਹਨੂੰ ਆਪਣਾ ਨਾਮ ਵਰਤਣ ਦੀ ਇਜਾਜ਼ਤ ਦੇ ਦਿੰਦਾ ਹੈ। ਤੁਸੀਂ ਕਦੀ ਖਿਆਲ ਕਰਨਾ, ਇੱਕ ਉਦਾਹਰਨ ਦੇ ਦੇਵਾਂ। ਆਮ ਕਰਕੇ ਜੇ ਕਿਸੇ ਦਾ ਨਾਮ ਲੈਣਾ ਨਾ ਕਿਸੇ ਕੰਪਨੀ ਦਾ, ਤੇ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਇਵੇਂ ਜਦੋਂ ਪਰਮਾਤਮਾ ਦਾ ਨਾਮ ਲੈਣਾ ਹੈ ਤੇ ਪਰਮਾਤਮਾ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਤੇ ਪਰਮਾਤਮਾ ਦੀਆਂ ਕੀ ਸ਼ਰਤਾਂ ਨੇ, ਉਹ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਜੀ ਸਮਝਾਉਂਦੇ ਨੇ। ਜਦੋਂ ਗੁਰੂ ਦੀ ਮੱਤ ਉੱਤੇ ਸਿੱਖ ਤੁਰਨ ਲੱਗ ਪੈਂਦਾ ਹੈ, ਫਿਰ ਉਸ ਨੂੰ ਇਹ ਹੱਕ ਮਿਲ ਜਾਂਦਾ ਹੈ ਪਰਮਾਤਮਾ ਦੇ ਨਾਮ ਨੂੰ ਵਰਤਣ ਦਾ। ਬਾਬਾ ਕਬੀਰ ਜੀ ਕਹਿੰਦੇ, ਫਿਰ ਲੋਕੀ ਕਹਿੰਦੇ ਨੇ ਰੱਬ ਵਰਗਾ ਹੈ, ਰੱਬ ਵਰਗਾ ਇਹਦਾ ਜੀਵਨ ਹੈ। ਕਰ ਕਿਰਪਾ ਪ੍ਰਭ ਮੇਲਿਆ, ਪ੍ਰਭੂ ਜੀ ਨੇ ਕਿਰਪਾ ਕਰਕੇ ਫਿਰ ਐਸੇ ਸਿੱਖ ਨੂੰ ਆਪਣੇ ਨਾਲ ਜੋੜ ਲਿਆ ਹੈ ਤੇ ਇਜਾਜ਼ਤ ਦੇ ਦਿੱਤੀ ਹੈ ਆਪਣਾ ਨਾਮ ਵਰਤਣ ਦੀ। ਕਹਿ ਸਕਦਾ ਹੈ ਫਿਰ ਉਹ ਸਿੱਖ, ਹੁਣ ਮੈਂ ਰੱਬ ਵਾਲਾ ਹਾਂ, ਹੁਣ ਮੈਂ ਪਰਮਾਤਮਾ ਵਾਲਾ ਹਾਂ। ਆਵਣ ਜਾਣਾ ਰਹਿ ਗਿਆ, ਆਪ ਹੋਆ ਮਿਹਰਬਾਨ। ਹੁਣ ਜਦੋਂ ਪਰਿਪੂਰਨ ਪਰਮਾਤਮਾ ਜੀ ਦੇ ਨਾਲ ਉਹਦੇ ਹੁਕਮ ਦੇ ਵਿੱਚ ਇਹ ਜੀਵਨ ਤੁਰਨ ਲੱਗ ਪਿਆ ਹੈ, ਐਸੀ ਬਖਸ਼ਿਸ਼ ਬਣੀ ਹੈ। ਹੁਣ ਜਿਹੜਾ ਆਵਣ ਜਾਉਣ ਦਾ ਜਿਹੜਾ ਗੇੜਾ ਸੀ ਨਾ, ਜਿਹੜਾ ਇਹ ਡਰ ਬਣਿਆ ਰਹਿੰਦਾ ਸੀ, ਇਹ ਸਭ ਮੁੱਕ ਗਿਆ ਹੈ। ਜੀਵਨ ਅਮਰ ਹੋ ਗਿਆ ਹੈ, ਆਤਮਿਕ ਤੌਰ 'ਤੇ ਪਰਮਾਤਮਾ ਨਾਲ ਇਕਮਿਕ ਹੋ ਗਿਆ ਹੈ। ਸੱਚ ਮਹਲ ਘਰ ਪਾਇਆ, ਗੁਰ ਕਾ ਸ਼ਬਦ ਪਛਾਣ। ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦਾ ਸੱਚਾ ਘਰ, ਮਹਿਲ ਦਾ ਅਰਥ ਹੈ ਘਰ, ਸੱਚਾ ਮਹਿਲ ਰੂਪੀ ਘਰ, ਟਿਕਾਣਾ ਜਿਹੜਾ ਹੈ ਉਹ ਮਿਲ ਗਿਆ ਹੈ। ਕਦੋਂ? ਗੁਰੂ ਕਾ ਸ਼ਬਦ ਪਛਾਣ। ਪਛਾਣ ਦਾ ਅਰਥ ਹੈ ਮਿੱਤਰ, ਦੋਸਤ। ਜਦੋਂ ਮੈਂ ਗੁਰੂ ਦੇ ਸ਼ਬਦ ਨੂੰ ਆਪਣਾ ਮਿੱਤਰ ਬਣਾਇਆ ਹੈ, ਗੁਰੂ ਦੇ ਸ਼ਬਦ ਨੂੰ ਆਪਣਾ ਦੋਸਤ ਬਣਾਇਆ ਹੈ, ਤੇ ਮੇਰੇ ਆਤਮਿਕ ਘਰ ਹਿਰਦੇ ਦੇ ਵਿੱਚ ਸੱਚਾ ਪਰਮਾਤਮਾ ਆ ਵਸਿਆ ਹੈ। ਭਗਤ ਜਨਾਂ ਕੋ ਰਾਖਦਾ, ਆਪਣੀ ਕਿਰਪਾ ਧਾਰ। ਹੁਣ ਸੱਚੇ ਗੁਰੂ ਜੀ ਨੇ ਇਹ ਗਿਆਨ, ਇਹ ਮੱਤ ਸਮਝਾ ਦਿੱਤੀ ਹੈ ਕਿ ਜਿਹੜੇ ਪਰਮਾਤਮਾ ਦੇ ਭਗਤ ਬਣ ਜਾਂਦੇ ਨੇ ਨਾ, ਫਿਰ ਉਹਨਾਂ ਦੀ ਰਕਸ਼ਾ ਪਰਮਾਤਮਾ ਆਪ ਕਰਦਾ ਹੈ। ਉਹਨਾਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ, ਉਹਨਾਂ ਨੂੰ ਬੁਰੇ ਖਿਆਲਾਂ ਤੋਂ ਬਚਾਉਂਦਾ ਹੈ। ਭਗਤ ਜਨਾਂ ਕੋ ਰੱਖਦਾ, ਆਪਣੀ ਕਿਰਪਾ ਕਰਕੇ ਪਰਮਾਤਮਾ ਜੀ ਆਪਣੇ ਭਗਤਾਂ ਨੂੰ ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਤੋਂ ਬਚਾ ਰੱਖਦੇ ਹਨ। ਹਾਲਤ ਪਲਤ ਮੁਖ ਉਜਲੇ, ਸਾਚੇ ਕੇ ਗੁਣ ਸਾਰ। ਹਾਲਤ ਦਾ ਅਰਥ ਹੈ ਇਸ ਸੰਸਾਰ ਦੇ ਵਿੱਚ, ਸੰਸਾਰੀ ਜੀਵਨ ਦੇ ਵਿੱਚ। ਪਲਤ ਦਾ ਅਰਥ ਹੈ ਧਾਰਮਿਕ ਜੀਵਨ ਦੇ ਵਿੱਚ। ਕਹਿੰਦੇ ਫਿਰ ਸਦਾ ਸਥਿਰ ਰਹਿਣ ਵਾਲੇ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਇੱਕੋ ਇੱਕ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ, ਐਸਿਆਂ ਭਗਤਾਂ ਦਾ ਮੂੰਹ ਸੰਸਾਰਿਕ ਜੀਵਨ ਦੇ ਵਿੱਚ ਵੀ
ਤੇ ਪਰਮਾਤਮਾ ਦੇ ਘਰ ਦੇ ਜੀਵਨ ਦੇ ਵਿੱਚ ਵੀ ਮੁਕੰਮਲ ਹੋ ਜਾਂਦਾ ਹੈ। ਉਹਨਾਂ ਦੀ ਲਾਈਫ ਬੈਲੈਂਸ ਹੋ ਜਾਂਦੀ ਹੈ। ਉਹ ਆਪਣੇ ਪਰਿਵਾਰਿਕ ਜੀਵਨ ਦੇ ਫਰਜ਼ ਵੀ ਨਿਭਾਉਂਦੇ ਨੇ, ਨਾਲ ਨਾਲ ਆਪਣੇ ਸੱਚੇ ਜੀਵਨ ਦੇ ਰਾਹ 'ਤੇ ਚੱਲਦਿਆਂ ਹੋਇਆਂ ਆਪਣੇ ਧਾਰਮਿਕ ਜੀਵਨ ਦੇ ਫਰਜ਼ ਵੀ ਨਿਭਾਉਂਦੇ ਨੇ। ਉਹਨਾਂ ਦੇ ਮੁੱਖ ਦੋਵਾਂ ਜਗ੍ਹਾ 'ਤੇ ਉਜਵਲ ਹੋ ਜਾਂਦੇ ਨੇ। ਆਠ ਪਹਿਰ ਗੁਣ ਸਾਰ ਦੇ ਰੱਤੇ ਰੰਗ ਅਪਾਰ। ਸਾਰਦੇ ਦਾ ਅਰਥ ਹੈ ਸੰਭਾਲਦੇ ਨੇ, ਰੰਗ ਵਿੱਚ ਪ੍ਰੇਮ ਦੇ ਵਿੱਚ। ਕਹਿੰਦੇ ਫਿਰ ਜਿਹੜੇ ਪ੍ਰੀਤਮ ਪਰਮਾਤਮਾ ਦੀ ਭਗਤੀ ਦੇ ਵਿੱਚ ਲੱਗ ਜਾਂਦੇ ਹਨ, ਜਿਨ੍ਹਾਂ ਦੇ ਜੀਵਨ ਦਾ ਆਧਾਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਬਣ ਜਾਂਦਾ ਹੈ, ਜੋ ਗੁਰੂ ਜੀ ਦੇ ਸ਼ਬਦ ਤੋਂ ਆਪਣੇ ਜੀਵਨ ਦੇ ਵਿੱਚ ਚੰਗੀ ਮੱਤ ਚੰਗੀ ਗਿਆਨ ਦਾ ਪ੍ਰਗਾਸ਼ ਕਰਦੇ ਹਨ ਤੇ ਸਦਾ ਗੁਰੂ ਸ਼ਬਦ ਵਿੱਚ ਰੰਗੇ ਰਹਿੰਦੇ ਹਨ, ਐਸੇ ਭਗਤ ਅੱਠੇ ਪੈਰ ਹਰ ਵੇਲੇ ਹਰ ਪਲ ਹਰ ਘੜੀ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ ਹਨ। ਆਖਰੀਆਂ ਪੰਕਤੀਆਂ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ। ਹੇ ਨਾਨਕ, ਪਾਰ ਬ੍ਰਹਮ ਪਰਮਾਤਮਾ, ਉਹਨਾਂ ਨੂੰ ਸਾਰੇ ਸੁੱਖਾਂ ਦਾ ਸਮੁੰਦਰ ਦਿਸਦਾ ਹੈ। ਸਾਰਾ ਸੰਸਾਰ ਨਿਰੰਕਾਰ ਦਾ ਘਰ ਨਜ਼ਰ ਆਉਂਦਾ ਹੈ। ਫਿਰ ਉਹ ਸਦਾ ਵਾਸਤੇ ਪਰਮਾਤਮਾ ਨਾਲ ਇਕਮਿਕ ਹੋ ਜਾਂਦੇ ਨੇ। ਪਾਰ ਬ੍ਰਹਮ ਸੁਖ ਸਾਗਰੋ। ਫਿਰ ਉਹਨਾਂ ਨੂੰ ਦੁਨਿਆਵੀ ਲੋਕਾਂ ਦੇ ਉੱਪਰ ਨਹੀਂ ਉਹ ਟੇਕਾਂ ਧਰਦੇ, ਹੋਰ ਆਦਿਕ ਮੜੀਆਂ ਮਸਾਨਾਂ ਕਬਰਾਂ ਆਦਿਕ ਝੂਠੇ ਦੇਵੀ ਦੇਵਤਿਆਂ ਦੇ ਪਿੱਛੇ ਨਹੀਂ ਤੁਰਦੇ। ਫਿਰ ਉਹਨਾਂ ਨੂੰ ਸੁੱਖਾਂ ਦਾ ਸਮੁੰਦਰ ਸਾਗਰ ਕੇਵਲ ਤਾਂ ਕੇਵਲ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ। ਤੋ ਸਭ ਕਹਿੰਦੇ ਨਾਨਕ ਸਦ ਬਲਿਹਾਰ। ਨਾਨਕ ਜੀ ਵੀ ਆਖਦੇ ਹਨ, ਮੈਂ ਐਸਿਆਂ ਭਗਤਾਂ ਤੋਂ ਸਦਾ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਦੇ ਜੀਵਨ ਦਾ ਆਧਾਰ ਕੇਵਲ ਤਾਂ ਕੇਵਲ ਇੱਕੋ ਇੱਕ ਸਾਹਿਬ ਮਾਲਕ ਪਰਮਾਤਮਾ ਬਣ ਜਾਂਦਾ ਹੈ। ਸੋ ਅੱਜ ਦੇ ਪਾਵਨ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਦ੍ਰਿੜ ਕਰਾਇਆ ਹੈ ਕਿ ਅਸੀਂ ਇਹ ਦ੍ਰਿੜਤਾ ਦੇ ਨਾਲ ਇਸ ਗੱਲ ਤੇ ਆ ਜਾਈਏ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਭਰੋਸਾ ਪਰਮਾਤਮਾ ਦਾ ਤੱਕੀਏ, ਆਸਰਾ ਨਿਰੰਕਾਰ ਦਾ ਰੱਖੀਏ, ਵਿਸ਼ਵਾਸ ਰੱਖੀਏ ਪਰਮਾਤਮਾ ਤੇ। ਪਰਮਾਤਮਾ ਹਰ ਇੱਕ ਮੁਸ਼ਕਲਾਂ ਤੋਂ ਬਾਹਰ ਕੱਢ ਦਿੰਦਾ ਹੈ। ਜਦੋਂ ਵੀ ਅਸੀਂ ਡੋਲਦੇ ਹਾਂ ਨਾ, ਸਾਡਾ ਭਰੋਸਾ ਜਦੋਂ ਡਿੱਗਦਾ ਹੈ, ਅਸੀਂ ਬਹੁਤ ਦੂਰ ਚਲੇ ਜਾਂਦੇ ਹਾਂ। ਫਿਰ ਗੁਰੂ ਸ਼ਬਦ ਪਿਆਰ ਦੇ ਨਾਲ ਸਤਿਗੁਰੂ ਜੀ ਸਾਨੂੰ ਲੈ ਕੇ ਪਰਮਾਤਮਾ ਦੇ ਕੋਲ ਆਉਂਦੇ ਨੇ, ਸਾਡੇ ਵਾਸਤੇ ਜਾਮਨੀ ਭਰਦੇ ਨੇ, ਸਾਡੇ ਵਾਸਤੇ ਵਿੱਚ ਹੋ ਕੇ ਵਿਚੋਲਗੀ ਕਰਦੇ ਨੇ। ਭਾਈ ਸਤਿਗੁਰੂ ਕਹਿੰਦੇ ਨੇ, ਇਹ ਮੇਰਾ ਬੱਚਾ ਹੈ, ਹੇ ਨਿਰੰਕਾਰ ਜੀ ਤੁਹਾਡਾ ਭਗਤ ਹੈ, ਤੁਸੀਂ ਮਾਫ ਕਰ ਦਿਓ। ਤੇ ਪਰਮਾਤਮਾ ਜੀ ਗੁਰੂ ਜੀ ਦੀ ਸੁਣ ਕੇ ਸਾਨੂੰ ਮਾਫ ਕਰ ਦਿੰਦੇ ਹਨ। ਸਾਡੇ ਖੱਤੇ ਨਹੀਂ ਚਿਤਾਰਦੇ, ਕਿਉਂਕਿ ਉਹ ਪਰਮਾਤਮਾ ਐਸਾ ਹੈ, ਪਿਆਰ ਕਰਨ ਵਾਲਾ ਹੈ। ਅਸੀਂ ਬੇਸ਼ੱਕ ਕਿੰਨੇ ਖੱਤੇ ਕਰੀਏ, ਪਰ ਉਹ ਨਹੀਂ ਚਿਤਾਰਦਾ, ਉਹ ਸਾਨੂੰ ਗਲੇ ਨਾਲ ਲਾ ਲੈਂਦਾ ਹੈ। ਆਓ ਗੁਰਮਤਿ ਨੂੰ ਸਮਝੀਏ, ਗੁਰਬਾਣੀ ਦੇ ਰਾਹ 'ਤੇ ਚੱਲੀਏ, ਮਾਨਵਤਾ ਨਾਲ ਪ੍ਰੇਮ ਕਰੀਏ, ਇੱਕ ਦੂਸਰੇ ਦੀ ਕੱਟੜਵਾਦਤਾ ਛੱਡ ਕੇ ਸਿਧਾਂਤ ਉੱਤੇ ਪਹਿਰਾ ਦਈਏ, ਤਮਾਮ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲਈਏ, ਪਿਆਰ ਕਰੀਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਖਰ ਪ੍ਰਭਾਪੇ ਮੇਲੇ, ਭੁੱਲ ਗਲਤੀ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।